ਹੈਲੋ एवरीवन। हाँ जी बच्चे, सो ਅਸੀਂ ਸਾਇੰਸ ਦੇ ਵਿੱਚ ਜੋ ਟੌਪਿਕ ਹੁਣ ਪੜ੍ਹਨਾ ਸ਼ੁਰੂ ਕੀਤਾ ਹੈ ਉਸ ਦਾ ਨਾਮ ਹੈ ਪੌਦਿਆਂ ਵਿੱਚ ਪ੍ਰਜਨਨ। ਠੀਕ ਹੈ, ਅਤੇ ਤੁਹਾਨੂੰ ਬੇਸਿਕ ਟਰਮਸ ਕਲੀਅਰ ਹੋ ਚੁੱਕੀਆਂ ਨੇ ਹੁਣ ਤੱਕ ਕਿ ਪ੍ਰਜਨਨ ਕੀ ਹੁੰਦਾ ਹੈ। ਠੀਕ ਹੈ, ਦੇਖੋ ਪ੍ਰਜਨਨ ਕੀ ਹੁੰਦਾ ਹੈ, ਸਜੀਵਾਂ ਵਿੱਚ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਨ ਦੀ ਕਿਰਿਆ ਨੂੰ ਪ੍ਰਜਨਨ ਕਿਹਾ ਜਾਂਦਾ ਹੈ। ਠੀਕ ਹੈ, ਹੁਣ ਦੇਖੋ ਕੋਈ ਵੀ ਸਜੀਵ ਨੇ, ਚਾਹੇ ਉਹ ਮਨੁੱਖ ਨੇ, ਜਾਨਵਰ ਨੇ, ਪੰਛੀ ਨੇ ਜਾਂ ਰੁੱਖ ਨੇ, ਉਹ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਦੇ ਨੇ। ਮਨੁੱਖਾਂ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ ਨਵੇਂ, ਜਾਂ ਅਸੀਂ ਡੌਗੀਜ਼ ਦੇਖਦੇ ਹਾਂ ਉਹਨਾਂ ਦੇ ਛੋਟੇ ਛੋਟੇ ਪੱਪੀਜ਼ ਹੁੰਦੇ ਨੇ। ਸੇਮ ਕੰਡੀਸ਼ਨ ਹੈ ਕਿ ਪਲਾਂਟਸ ਵੀ ਜਦੋਂ ਉੱਗਦੇ ਨੇ ਉਹ ਛੋਟੇ ਛੋਟੇ ਹੁੰਦੇ ਨੇ। ਠੀਕ ਹੈ, ਸੋ ਦੇਖੋ ਜਦੋਂ ਹਿਊਮਨ ਬੇਬੀਜ਼ ਪੈਦਾ ਹੁੰਦੇ ਨੇ, ਠੀਕ ਹੈ, ਪ੍ਰਜਨਨ ਹੁੰਦਾ ਹੈ, ਪ੍ਰਜਨਨ ਦੇ ਨਾਲ ਹੀ ਕੋਈ ਨਵਾਂ ਜੀਵ ਪੈਦਾ ਹੁੰਦਾ ਹੈ। ਅਤੇ ਇੱਦਾਂ ਜਿਵੇਂ ਛੋਟੇ ਛੋਟੇ ਬੱਚੇ ਪੈਦਾ ਹੁੰਦੇ ਨੇ, ਸੇਮ ਕੰਡੀਸ਼ਨ ਹੈ ਕਿ ਨਵੇਂ ਨਵੇਂ ਬੂਟੇ ਵੀ ਪੈਦਾ ਹੁੰਦੇ ਨੇ। ਠੀਕ ਹੈ, ਸੋ ਹੁਣ ਜਿਹੜੇ ਨਵੇਂ ਬੂਟੇ ਪੈਦਾ ਹੁੰਦੇ ਨੇ ਇਹ ਹੁੰਦੇ ਨੇ ਪ੍ਰਜਨਨ ਦੀ ਵਿਧੀ ਦੇ ਕਾਰਨ। ਠੀਕ ਹੈ, ਸੋ ਹੁਣ ਅਸੀਂ ਇਸ ਲੈਸਨ ਦੇ ਵਿੱਚ ਪ੍ਰਜਨਨ ਬਾਰੇ ਡਿਟੇਲ ਵਿੱਚ ਪੜ੍ਹਾਂਗੇ। ਸੋ ਦੇਖੋ ਬੱਚੇ, ਸਭ ਤੋਂ ਪਹਿਲਾਂ ਪ੍ਰਜਨਨ ਦੀਆਂ ਕਿਸਮਾਂ ਜਾਂ ਪ੍ਰਜਨਨ ਦੀਆਂ ਵਿਧੀਆਂ। ਪ੍ਰਜਨਨ ਕਿਹੜੀ ਕਿਹੜੀ ਤਰ੍ਹਾਂ ਦਾ ਹੁੰਦਾ ਹੈ? ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਹੈ ਲਿੰਗੀ ਪ੍ਰਜਨਨ ਅਤੇ ਦੂਸਰਾ ਹੈ ਅਲਿੰਗੀ ਪ੍ਰਜਨਨ। ਠੀਕ ਹੈ, ਸੋ ਪ੍ਰਜਨਨ ਦੋ ਤਰ੍ਹਾਂ ਦਾ ਹੁੰਦਾ ਹੈ, ਲਿੰਗੀ ਪ੍ਰਜਨਨ ਅਤੇ ਅਲਿੰਗੀ ਪ੍ਰਜਨਨ। ਅਸੀਂ ਗੱਲ ਕਰਦੇ ਹਾਂ ਲਿੰਗੀ ਪ੍ਰਜਨਨ ਦੀ। ਠੀਕ ਹੈ, ਹੁਣ ਦੇਖੋ ਲਿੰਗੀ ਪ੍ਰਜਨਨ, ਲਿੰਗੀ ਮਤਲਬ ਲਿੰਗ, ਜਿਵੇਂ ਅਸੀਂ ਪੰਜਾਬੀ ਵਿੱਚ ਲਿੰਗ ਬਦਲੋ ਪੜ੍ਹਦੇ ਹਾਂ ਨਾ, ਔਰਤ ਤੋਂ ਮਰਦ, ਮਦਰ ਤੋਂ ਫਾਦਰ। ਠੀਕ ਹੈ, ਸੋ ਜੋ ਲਿੰਗ ਬਦਲੋ ਹੁੰਦੇ ਨੇ ਉਹ ਵਾਲੇ ਲਿੰਗ ਨੂੰ ਹੀ ਇੱਥੇ ਉਹ ਵਰਡ ਅਸੀਂ ਯੂਜ਼ ਕੀਤਾ ਹੈ। ਠੀਕ ਹੈ, ਲਿੰਗੀ ਪ੍ਰਜਨਨ। ਹੁਣ ਇਸ ਪ੍ਰਜਨਨ ਵਿੱਚ ਦੋ ਜਨਕ ਜਾਂ ਪੇਰੈਂਟਸ ਹਿੱਸਾ ਲੈਂਦੇ ਹਨ। ਠੀਕ ਹੈ, ਹੁਣ ਜੇਕਰ ਦੋ ਜਨਕ ਕਹਿੰਦੇ ਆ ਪੇਰੈਂਟਸ ਨੂੰ, ਜੇਕਰ ਦੋ ਜਨਕ ਦੀ ਗੱਲ ਕੀਤੀ ਗਈ ਹੈ ਤਾਂ ਦੋ ਜਨਕ ਕਿਹੜੇ ਕਿਹੜੇ ਹੋਣਗੇ? ਮਦਰ ਅਤੇ ਫਾਦਰ। ਠੀਕ ਹੈ, ਦੋ ਜਨਕ ਹੋਣਗੇ, ਦੋ ਪੇਰੈਂਟਸ ਇਨਵੋਲਵ ਹੋਣਗੇ ਅਤੇ ਫਿਰ ਇੱਕ ਨਵਾਂ ਪੌਦਾ ਬਣਦਾ ਹੈ। ਠੀਕ ਹੈ, ਹੁਣ ਜਦੋਂ ਦੋ ਜਨਕ ਇਨਵੋਲਵ ਹੁੰਦੇ ਨੇ, ਦੋ ਜਨਕ ਵਿੱਚ ਕਿਰਿਆ ਹੁੰਦੀ ਹੈ ਪੌਦਿਆਂ ਦੀ, ਜੇਕਰ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਆ? ਇੱਕ ਨਵਾਂ ਬੀਜ ਬਣਦਾ ਆ। ਪੌਦਿਆਂ ਦੇ ਵਿੱਚ ਜਦੋਂ ਦੋ ਜਨਕ ਹਿੱਸਾ ਲੈਂਦੇ ਆ ਕਿਸੇ ਵਿਧੀ ਦੇ ਵਿੱਚ, ਉਹਦੇ ਨਾਲ ਬੀਜ ਬਣਦਾ ਹੈ ਅਤੇ ਬੀਜ ਤੋਂ ਇੱਕ ਨਵਾਂ ਪੌਦਾ ਬਣਦਾ ਹੈ। ਸੋ ਜੋ ਲਿੰਗੀ ਪ੍ਰਜਨਨ ਹੁੰਦਾ ਆ ਉਹਦੇ ਵਿੱਚ ਦੋ ਜਨਕ ਹਿੱਸਾ ਲੈ ਕੇ ਇੱਕ ਨਵਾਂ ਪੌਦਾ ਬਣਾਉਂਦੇ ਹੈ। ਇਸ ਪ੍ਰੋਸੈਸ ਬਾਰੇ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ ਇਸ ਲੈਸਨ ਦੇ ਵਿੱਚ। ਨੈਕਸਟ ਹੈ ਅਲਿੰਗੀ ਪ੍ਰਜਨਨ। ਅਲਿੰਗੀ ਪ੍ਰਜਨਨ ਵਿੱਚ ਦੇਖੋ ਅਸੀਂ ਕੀ ਪੜ੍ਹਦੇ ਹਾਂ ਕਿ ਇਸ ਪ੍ਰਜਨਨ ਵਿੱਚ ਇੱਕ ਹੀ ਜਨਕ ਹਿੱਸਾ ਲੈਂਦਾ ਹੈ ਅਤੇ ਪੌਦੇ ਦੇ ਕਿਸੇ ਹਿੱਸੇ ਤੋਂ ਹੀ ਨਵਾਂ ਪੌਦਾ ਬਣਦਾ ਹੈ। ਠੀਕ ਹੈ, ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇੱਕ ਹੀ ਜਨਕ ਹਿੱਸਾ ਲੈਂਦਾ, ਇੱਕ ਹੀ ਪੈਰੈਂਟ ਹੁੰਦਾ, ਦੋ ਪੈਰੈਂਟਸ ਨਹੀਂ ਹੁੰਦੇ। ਕੋਈ ਇੱਕ ਹੀ ਪੌਦੇ ਦਾ ਇੱਕ ਹੀ ਹਿੱਸਾ ਹੋਏਗਾ, ਉਹਦੇ ਤੋਂ ਹੀ ਨਵਾਂ ਪੌਦਾ ਬਣ ਜਾਏਗਾ। ਸਪੋਜ਼ ਕਰੋ ਕਿ ਕਿਸੇ ਪੌਦੇ ਦਾ ਪੱਤਾ ਹੈ, ਪੱਤੇ ਤੋਂ ਨਵਾਂ ਪੌਦਾ ਬਣ ਜਾਂਦਾ ਹੈ। ਠੀਕ ਹੈ, ਮੈਜਿਕ ਲੱਗਦਾ ਹੈ ਨਾ ਕਿ ਪੌਦੇ ਦੇ ਪੱਤੇ ਤੋਂ ਨਵਾਂ ਪੌਦਾ ਬਣ ਸਕਦਾ ਕਦੇ? ਇੱਕ ਪੱਤਾ ਹੈ, ਇੱਕ ਪੱਤੇ ਤੋਂ ਨਵਾਂ ਪੌਦਾ ਉੱਗ ਜਾਂਦਾ ਹੈ। ਠੀਕ ਹੈ, ਸੇਮ ਹੈ ਕਿ ਇੱਕ ਟਾਹਣੀ ਹੈ, ਸਿੰਪਲ ਅਸੀਂ ਕਿਸੇ ਬੂਟੇ ਦੀ ਟਾਹਣੀ ਕੱਟ ਕੇ ਆਪਾਂ ਬੀਜ ਦਿੱਤੀ, ਉਹਦੇ ਤੋਂ ਨਵਾਂ ਪੌਦਾ ਬਣ ਗਿਆ। ਇਜ਼ ਇਟ ਪੋਸੀਬਲ? ਇੱਦਾਂ ਹੁੰਦਾ ਹੈ। ਠੀਕ ਹੈ, ਇਹਨੂੰ ਅਸੀਂ ਕਹਿੰਦੇ ਹਾਂ ਅਲਿੰਗੀ ਪ੍ਰਜਨਨ। ਹੁਣ ਅਸੀਂ ਪਹਿਲਾਂ ਅਲਿੰਗੀ ਪ੍ਰਜਨਨ ਬਾਰੇ ਡਿਟੇਲ ਵਿੱਚ ਪੜ੍ਹਾਂਗੇ, ਫਿਰ ਅਸੀਂ ਬਾਅਦ 'ਚ ਲਿੰਗੀ ਪ੍ਰਜਨਨ 'ਤੇ ਮੂਵ ਕਰਾਂਗੇ। ਸੋ ਬੱਚੇ ਦੇਖੋ ਅਲਿੰਗੀ ਪ੍ਰਜਨਨ ਦੀਆਂ ਵਿਧੀਆਂ ਕਿਹੜੀਆਂ ਕਿਹੜੀਆਂ ਨੇ। ਠੀਕ ਹੈ, ਹੁਣ ਅਸੀਂ ਪਹਿਲਾਂ ਪੜ੍ਹਿਆ ਸੀ ਕਿ ਪ੍ਰਜਨਨ ਦੋ ਤਰ੍ਹਾਂ ਦਾ ਹੁੰਦਾ ਹੈ, ਲਿੰਗੀ ਅਤੇ ਅਲਿੰਗੀ। ਹੁਣ ਅਸੀਂ ਅਲਿੰਗੀ ਪ੍ਰਜਨਨ ਦੀ ਗੱਲ ਕਰ ਰਹੇ ਹਾਂ, ਇਹ ਵੀ ਅੱਗੇ ਚਾਰ ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਕਿਹੜਾ ਕਿਹੜਾ ਹੈ? ਕਾਇਆ ਪ੍ਰਜਨਨ, ਕਲੀਆਂ ਰਾਹੀਂ ਪ੍ਰਜਨਨ, ਖੰਡਨ ਅਤੇ ਬੀਜਾਣੂ ਨਿਰਮਾਣ। ਸੋ ਇਹ ਚਾਰ ਟੈਕਨੀਕਸ ਨੇ ਅਲਿੰਗੀ ਪ੍ਰਜਨਨ ਦੀਆਂ। ਇਹਨਾਂ ਦੇ ਵਿੱਚੋਂ ਅੱਜ ਅਸੀਂ ਸਭ ਤੋਂ ਪਹਿਲੀ ਪ੍ਰੋਸੈਸ ਬਾਰੇ ਪੜ੍ਹਾਂਗੇ ਜਿਸ ਦਾ ਨਾਮ ਹੈ ਕਾਇਆ ਪ੍ਰਜਨਨ। ਕਾਇਆ ਪ੍ਰਜਨਨ ਬਾਰੇ ਅਸੀਂ ਅੱਜ ਦੇ ਆਪਣੇ ਇਸ ਪੀਰੀਅਡ ਦੇ ਵਿੱਚ ਡਿਟੇਲ ਵਿੱਚ ਸਮਝਾਂਗੇ। ਠੀਕ ਹੈ, ਸੋ ਦੇਖੋ ਕਾਇਆ ਪ੍ਰਜਨਨ ਕੀ ਹੁੰਦਾ? ਕਾਇਆ ਕਿਹਨੂੰ ਕਹਿੰਦੇ ਹੈ? ਸਰੀਰ ਨੂੰ। ਠੀਕ ਹੈ, ਕਾਇਆ ਦਾ ਮਤਲਬ ਹੁੰਦਾ ਸਰੀਰ, ਸਾਡੀ ਲੁੱਕ, ਅਤੇ ਪ੍ਰਜਨਨ ਮਤਲਬ ਨਵੇਂ ਜੀਵ ਪੈਦਾ ਕਰਨਾ। ਇਹਦਾ ਮਤਲਬ ਹੈ ਕਿ ਇਹ ਇੱਕ ਅਜਿਹੀ ਕਿਰਿਆ ਹੈ ਜਿਹਦੇ ਵਿੱਚ ਪੌਦੇ ਆਪਣੇ ਸਰੀਰ ਦੇ ਹੀ ਕਿਸੇ ਹਿੱਸੇ ਤੋਂ ਨਵੇਂ ਪੌਦੇ ਪੈਦਾ ਕਰ ਦਿੰਦੇ ਹਨ। ਇਸ ਵਿੱਚ ਪੌਦੇ ਦੇ ਸਰੀਰ ਦੇ ਹਿੱਸੇ ਤੋਂ ਹੀ ਨਵਾਂ ਪੌਦਾ ਬਣਦਾ ਹੈ। ਠੀਕ ਹੈ, ਹੁਣ ਦੇਖੋ ਕਿਵੇਂ ਬਣਦਾ ਹੈ। ਅਸੀਂ ਆਲੂ ਦੇਖਿਆ ਹੈ ਸਾਰਿਆਂ ਨੇ। ਠੀਕ ਹੈ, ਅਤੇ ਅਸੀਂ ਦੇਖਦੇ ਹਾਂ ਕਈ ਵਾਰ ਆਲੂ ਦੇ ਵਿੱਚ ਇੱਦਾਂ ਦੇ ਸਟਰਕਚਰ ਬਾਹਰ ਨੂੰ ਨਿਕਲੇ ਹੁੰਦੇ ਆ, ਹੈ ਨਾ। ਇਹ ਜਿਹੜੇ ਨਵੇਂ ਸਟਰਕਚਰ ਆਲੂ ਦੇ ਵਿੱਚੋਂ ਬਾਹਰ ਨੂੰ ਨਿਕਲੇ ਹੁੰਦੇ ਆ, ਇਹਨਾਂ ਨੂੰ ਕਹਿੰਦੇ ਆਲੂ ਦੀ ਅੱਖ। ਠੀਕ ਹੈ, ਹੁਣ ਇਹ ਜਿਹੜੀ ਅੱਖ ਹੁੰਦੀ ਇਹਦਾ ਕੀ ਪਰਪਸ ਹੁੰਦਾ? ਇਹ ਕਿਉਂ ਬਣਦੀ ਹੈ? ਠੀਕ ਹੈ, ਐਕਚੁਅਲੀ ਇਹਦੇ ਵਿੱਚ
ਇਹ ਜਿਹੜੀ ਅੱਖ ਬਣਦੀ ਹੈ ਇਹਦੇ ਨਾਲ ਹੀ ਆਲੂ ਦੇ ਵਿੱਚੋਂ ਹੀ ਇੱਕ ਨਵਾਂ ਪੌਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਸੋ ਦੇਖੋ ਇਸ ਡਾਇਗਰਾਮ ਦੇ ਵਿੱਚ ਉਹ ਜਿਹੜੀ ਅੱਖ ਬਣੀ ਹੋਈ ਸੀ ਪਹਿਲਾਂ ਇਹ ਵਾਲੀ ਜਗ੍ਹਾ 'ਤੇ ਜਾਂ ਇਹ ਵਾਲੀ ਜਗ੍ਹਾ 'ਤੇ ਜਿੱਥੇ ਕੋਈ ਅੱਖ ਬਣੀ ਹੋਈ ਸੀ, ਜੇਕਰ ਅਸੀਂ ਆਲੂ ਦੀ ਉਸ ਅੱਖ ਨੂੰ ਰਿਮੂਵ ਨਹੀਂ ਕਰਦੇ ਤਾਂ ਉਸ ਅੱਖ ਦੇ ਵਿੱਚੋਂ ਨਵਾਂ ਪੌਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਅਤੇ ਉਸ ਪੌਦੇ ਨੂੰ ਬਣਨ ਦੇ ਲਈ ਜਿਹੜੀਆਂ ਨਿਊਟ੍ਰੀਸ਼ਨਸ ਚਾਹੀਦੇ ਨੇ, ਜੋ ਪੋਸ਼ਕ ਤੱਤ ਚਾਹੀਦੇ ਨੇ, ਉਹ ਸਾਰੇ ਪੋਸ਼ਕ ਤੱਤ ਉਸ ਨੂੰ ਆਲੂ ਦੇ ਵਿੱਚੋਂ ਹੀ ਮਿਲ ਜਾਂਦੇ ਨੇ। ਠੀਕ ਹੈ, ਸੋ ਆਲੂ ਦੀ ਇੱਕ ਅੱਖ ਤੋਂ ਹੀ ਨਵਾਂ ਪੌਦਾ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਨਵਾਂ ਪੌਦਾ ਬਣ ਸਕਦਾ ਹੈ। ਠੀਕ ਹੈ, ਸੋ ਇਹ ਹੋ ਗਿਆ ਇੱਕ ਤਰੀਕੇ ਦਾ ਕਾਇਆ ਪ੍ਰਜਨਨ, ਕਿ ਪੌਦੇ ਦੇ ਸਰੀਰ ਦਾ ਇੱਕ ਹਿੱਸਾ ਹੈ, ਆਲੂ ਦੇ ਸਰੀਰ ਦਾ ਇੱਕ ਹਿੱਸਾ ਹੈ ਉਹਦੀ ਅੱਖ, ਉਹਦੇ ਤੋਂ ਹੀ ਨਵਾਂ ਪੌਦਾ ਬਣ ਜਾਂਦਾ ਹੈ। ਠੀਕ ਹੈ, ਸੇਮ ਅਸੀਂ ਅੱਗੇ ਗੱਲ ਕਰਦੇ ਹਾਂ ਅਦਰਕ ਦੀ। ਠੀਕ ਹੈ, ਜਿਵੇਂ ਅਦਰਕ ਦੇ ਵਿੱਚ ਦੇਖੋ, ਅਦਰਕ ਵੀ ਜਿਵੇਂ ਸਾਨੂੰ ਪਤਾ ਆਲੂ ਜ਼ਮੀਨ ਦੇ ਥੱਲੇ ਉੱਗਦਾ ਹੈ ਪੌਦੇ ਦੀ ਜੜ੍ਹ ਵਾਲੇ ਹਿੱਸੇ ਦੇ ਵਿੱਚ, ਸੇਮ ਅਦਰਕ ਵੀ ਉੱਦਾਂ ਹੀ ਉੱਗਦਾ ਹੈ। ਅਤੇ ਅਦਰਕ ਦੀਆਂ ਵੀ ਦੇਖੋ ਅਸੀਂ ਦੇਖਦੇ ਹਾਂ ਕਿ ਇੱਥੇ ਛੋਟੀਆਂ ਛੋਟੀਆਂ ਜੜ੍ਹਾਂ ਬਾਹਰ ਨੂੰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਠੀਕ ਹੈ, ਇਹਨਾਂ ਤੋਂ ਕੋਈ ਨਾ ਕੋਈ ਇੱਕ ਨਵੀਂ ਬਰਡ ਬਣ ਜਾਂਦੀ ਹੈ। ਦੇਖੋ ਜਿਵੇਂ ਇੱਥੇ ਬਰਡ ਬਣੀ ਹੈ, ਕੋਈ ਨਾ ਕੋਈ ਨਵਾਂ ਹਿੱਸਾ ਬਾਹਰ ਨੂੰ ਨਿਕਲਣਾ ਸ਼ੁਰੂ ਕਰਦਾ ਹੈ ਅਦਰਕ ਦਾ, ਅਤੇ ਉਸ ਹਿੱਸੇ ਤੋਂ ਹੀ ਇੱਕ ਨਵਾਂ ਪਲਾਂਟ ਬਣਨਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਇਹਦੇ ਵਿੱਚ ਵੀ ਕੋਈ ਦੋ ਪੈਰੈਂਟਸ ਇਨਵੋਲਵ ਨਹੀਂ ਹੋਏ, ਕੋਈ ਦੋ ਪੌਦੇ ਨਹੀਂ ਹੈ, ਕੋਈ ਬੀਜ ਨਹੀਂ ਬਣਿਆ ਹੋਇਆ, ਸਿੰਪਲ ਇੱਕ ਅਦਰਕ ਬੀਜਿਆ ਹੈ ਅਤੇ ਉਸ ਅਦਰਕ ਤੋਂ ਹੀ ਨਵਾਂ ਅਦਰਕ ਬਣਨਾ ਸ਼ੁਰੂ ਹੋ ਗਿਆ ਹੋਇਆ। ਠੀਕ ਹੈ, ਇਹ ਵੀ ਹੈ ਕਾਇਆ ਪ੍ਰਜਨਨ। ਅੱਗੇ ਅਸੀਂ ਗੱਲ ਕਰਦੇ ਹਾਂ, ਦੇਖੋ ਇਹ ਪੱਤਾ ਤੁਸੀਂ ਆਪਣੀ ਸਰਾਊਂਡਿੰਗ ਵਿੱਚ ਕਦੀ ਨਾ ਕਦੀ ਜ਼ਰੂਰ ਦੇਖਿਆ ਹੋਏਗਾ। ਇਹ ਇੱਕ ਔਰਨਾਮੈਂਟਲ ਪਲਾਂਟ ਹੈ, ਡੈਕੋਰੇਟਿਵ ਪਲਾਂਟ ਹੈ, ਅਤੇ ਇਹਦੀਆਂ ਮੈਡੀਸੀਨਲ ਵੈਲਿਊਜ਼ ਵੀ ਹੈਗੀਆਂ ਨੇ, ਇਹਨਾਂ ਤੋਂ ਦਵਾਈਆਂ ਵੀ ਬਣਦੀਆਂ ਨੇ। ਠੀਕ ਹੈ, ਇਸ ਪੌਦੇ ਦਾ ਨਾਮ ਹੈ ਪੱਥਰ ਚੱਟ। ਠੀਕ ਹੈ, ਜਾਂ ਬ੍ਰਾਇਓਫਾਈਲਮ ਕਹਿੰਦੇ ਆ, ਪੱਥਰ ਚੱਟ ਹੈ ਇਸ ਪੌਦੇ ਦਾ ਨਾਮ, ਤੁਹਾਨੂੰ ਆਸਾਨੀ ਨਾਲ ਦੇਖਣ ਲਈ ਮਿਲ ਸਕਦਾ ਹੈ ਕਿਸੇ ਪਾਰਕ ਦੇ ਵਿੱਚ। ਅਤੇ ਦੇਖੋ ਅਸੀਂ ਦੇਖ ਰਹੇ ਹਾਂ ਕਿ ਜੋ ਪੱਤਾ ਹੈ, ਪੱਤੇ ਦੇ ਕਿਨਾਰਿਆਂ 'ਤੇ ਹੀ ਨਵੇਂ ਪੌਦੇ ਬਣਨੇ ਸ਼ੁਰੂ ਹੋ ਗਏ ਹੈ। ਇੱਕ ਪੱਤੇ ਦਾ ਜੋ ਕਿਨਾਰਾ ਹੈ, ਕਿਨਾਰੇ ਤੋਂ ਹੀ ਬਾਹਰ ਨੂੰ ਪੱਤੇ ਨਿਕਲਣੇ ਸ਼ੁਰੂ ਹੋ ਗਏ ਹੈ। ਠੀਕ ਹੈ, ਕਲੀਅਰ ਦਿਖਾਈ ਦੇ ਰਿਹਾ ਹੈ ਸਾਨੂੰ ਇਮੇਜ ਦੇ ਵਿੱਚ ਕਿ ਇੱਕ ਪੱਤਾ ਹੈ, ਪੱਤੇ ਦੇ ਬਾਹਰ ਛੋਟੇ ਛੋਟੇ ਨਵੇਂ ਪੱਤੇ ਬਣਨੇ ਸ਼ੁਰੂ ਹੋ ਰਹੇ ਨੇ। ਅਤੇ ਉਹ ਦੇਖੋ ਜਿਹੜੇ ਨਵੇਂ ਪੱਤੇ ਬਣਨੇ ਸ਼ੁਰੂ ਹੁੰਦੇ, ਉਹ ਪੱਤੇ ਗਰੋ ਕਰਨਾ ਸ਼ੁਰੂ ਕਰ ਜਾਂਦੇ ਹੈ ਅਤੇ ਆਪਣੇ ਆਪ ਦੇ ਵਿੱਚ ਹੀ ਇੱਕ ਨਵਾਂ ਪਲਾਂਟ ਬਣ ਜਾਂਦਾ ਹੈ ਪੂਰਾ। ਇੱਕ ਜੋ ਪੱਥਰ ਚੱਟ ਪੌਦਾ ਹੈ, ਪੌਦੇ ਦੇ ਪੱਤੇ ਦੇ ਕਿਨਾਰਿਆਂ ਤੋਂ ਹੀ ਨਵੇਂ ਪੌਦੇ ਬਣਨੇ ਸ਼ੁਰੂ ਹੋ ਜਾਂਦੇ ਨੇ। ਅਤੇ ਇਹ ਵਾਲੇ ਜਿਹੜੇ ਨਵੇਂ ਨਿੱਕੇ ਨਿੱਕੇ ਪੌਦੇ ਬਣਦੇ ਨੇ, ਇਹ ਬਾਅਦ 'ਚ ਹੌਲੀ ਹੌਲੀ ਆਪਣੇ ਆਪ ਹੀ ਨੈਚੁਰਲੀ ਇਸ ਪੱਤੇ ਦੇ ਨਾਲੋਂ ਟੁੱਟ ਜਾਂਦੇ ਨੇ, ਟੁੱਟ ਕੇ ਥੱਲੇ ਡਿੱਗ ਜਾਂਦੇ ਨੇ। ਅਤੇ ਜਿੱਥੇ ਇਹ ਡਿੱਗਦੇ ਨੇ ਥੱਲੇ, ਉੱਥੇ ਅਸੀਂ ਦੇਖਾਂਗੇ ਕਿ ਪੱਥਰ ਚੱਟ ਦੇ ਗਮਲੇ ਦੇ ਵਿੱਚ ਹੀ ਨਵੇਂ ਬਹੁਤ ਸਾਰੇ ਪੌਦੇ ਉੱਗਣੇ ਸ਼ੁਰੂ ਹੋ ਜਾਂਦੇ ਹੈ। ਸੋ ਇੱਕ ਪੱਤੇ ਤੋਂ ਹੀ ਨਵੇਂ ਪੌਦੇ ਬਣਨੇ ਸ਼ੁਰੂ ਹੋ ਜਾਂਦੇ ਆ ਪੱਥਰ ਚੱਟ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਅਸੀਂ ਗੁਲਾਬ ਦੀ। ਠੀਕ ਹੈ, ਅਸੀਂ ਇਹ ਤਾਂ ਹਰ ਕਿਸੇ ਬੱਚੇ ਨੇ ਇਹ ਵਾਲੀ ਪ੍ਰੋਸੈਸ ਦੇਖੀ ਹੋਏਗੀ ਕਿ ਗੁਲਾਬ ਦਾ ਅਸੀਂ ਪੌਦਾ ਲੈਂਦੇ ਹਾਂ, ਪੌਦੇ ਦੀ ਅਸੀਂ ਕੋਈ ਵੀ ਇੱਕ ਟਾਹਣੀ ਕੱਟ ਕੇ ਉਹਨੂੰ ਅਸੀਂ ਬੀਜ ਦਿੰਦੇ ਹਾਂ, ਜਾਂ ਅਸੀਂ ਕਿਸੇ ਦੇ ਘਰ ਗੁਲਾਬ ਦਾ ਬੂਟਾ ਦੇਖ ਲੈਂਦੇ ਕਿ ਬੜੇ ਸੋਹਣੇ ਫੁੱਲ ਲੱਗੇ ਹੋਏ ਆ, ਉਹਨੂੰ ਕਹਿ ਦਿੰਦੇ ਕਿ ਇੱਕ ਟਾਹਣੀ ਕੱਟ ਕੇ ਸਾਨੂੰ ਵੀ ਦੇ ਦੇ, ਉਹ ਟਾਹਣੀ ਆਪਾਂ ਆਪਣੇ ਘਰ ਲਿਆ ਕੇ ਬੀਜ ਦਿੰਦੇ ਹਾਂ। ਅਤੇ ਉਸ ਟਾਹਣੀ ਨੂੰ ਜੇਕਰ ਅਸੀਂ ਸਹੀ ਤਰੀਕੇ ਨਾਲ ਕੇਅਰ ਕਰਾਂਗੇ, ਉਹਨੂੰ ਪ੍ਰੋਪਰਲੀ ਪਾਣੀ ਦੇਵਾਂਗੇ, ਨਿਊਟ੍ਰੀਸ਼ਨਸ ਦੇਵਾਂਗੇ, ਅਤੇ ਅਸੀਂ ਕੀ ਦੇਖਦੇ ਹਾਂ ਕਿ ਉਸ ਟਾਹਣੀ ਤੋਂ ਹੀ ਹੇਠਾਂ ਨੂੰ ਜੜ੍ਹਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਇੱਕ ਨਵਾਂ ਪੌਦਾ ਵੈਲ ਡਿਵੈਲਪਡ ਬਣ ਜਾਂਦਾ ਹੈ। ਠੀਕ ਹੈ, ਇਹ ਵੀ ਇੱਕ ਕਾਇਆ ਪ੍ਰਜਨਨ ਦੀ ਵਿਧੀ ਹੈ। ਅੱਗੇ ਦੇਖੋ ਬੱਚੇ, ਇਹ ਵੀ ਆਪਾਂ ਪ੍ਰੋਸੈਸ ਨੈਚੁਰਲੀ ਦੇਖਦੇ ਹਾਂ, ਜਿਵੇਂ ਅਸੀਂ ਗੁਲਾਬ ਦੇ ਵਿੱਚ ਗੱਲ ਕੀਤੀ ਸੀ, ਸੇਮ ਪ੍ਰੋਸੈਸ ਹੈ ਕਿ ਪੌਦੇ ਦੀ ਹੀ ਕਿਸੇ ਇੱਕ ਟਹਿਣੀ ਨੂੰ ਕੱਟ ਲਿਆ ਜਾਂਦਾ ਹੈ, ਟਹਿਣੀ ਨੂੰ ਕੱਟ ਕੇ ਅਸੀਂ ਬੀਜ ਦਿੰਦੇ ਹਾਂ ਅਤੇ ਉਹਦੇ ਤੋਂ ਨਵਾਂ ਪੌਦਾ ਬਣ ਜਾਂਦਾ ਹੈ। ਸੇਮ ਪ੍ਰੋਸੈਸ ਗੁਲਾਬ ਦੇ ਵਿੱਚ ਹੁੰਦੀ ਹੈ, ਅਤੇ ਗੰਨਾ ਜੋ ਇੱਕ ਗੰਨੇ ਅਸੀਂ ਬੀਜਦੇ ਹਾਂ ਉਹਦੇ ਵਿੱਚ ਵੀ ਇਹੀ ਪ੍ਰੋਸੈਸ ਹੁੰਦੀ ਹੈ। ਇੱਕ ਜੋ ਗੰਨਾ ਪੂਰਾ ਵੈਲ ਡਿਵੈਲਪਡ ਬਣ ਜਾਂਦਾ ਹੈ, ਉਸ ਗੰਨੇ ਨੂੰ ਕੱਟ ਕੇ ਉਹਦੇ 2-3 ਹਿੱਸੇ ਕਰ ਲਏ ਜਾਂਦੇ ਹੈ, ਅਤੇ ਉਹਨਾਂ ਨੂੰ ਜੇਕਰ ਅਸੀਂ ਬੀਜ ਦਿੰਦੇ ਹਾਂ ਉਹਦੇ ਤੋਂ ਫਿਰ ਨਵੇਂ ਗੰਨੇ ਬਣ ਜਾਂਦੇ ਹੈ। ਠੀਕ ਹੈ, ਅੱਗੇ ਦੇਖੋ ਇਹ ਅਸੀਂ ਪੜ੍ਹਦੇ ਹਾਂ ਇੱਕ ਦਾਬ ਲਗਾਉਣ ਬਾਰੇ। ਠੀਕ ਹੈ, ਦਾਬ ਲਗਾਉਣਾ, ਜਿਵੇਂ ਅਸੀਂ ਕਹਿ ਦਿੰਦੇ ਨਿੰਬੂ ਦੀ ਦਾਬ ਲੈਣੀ ਹੈ ਜਾਂ ਸੰਤਰੇ ਦੀ ਦਾਬ ਲੈਣੀ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਦੇਖੋ ਇੱਕ ਪੂਰਾ ਪੌਦਾ ਹੈ, ਇਹ ਵਾਲਾ ਪੌਦੇ ਦੀ ਇੱਕ ਟਾਹਣੀ ਜਿਹੜੀ ਸਾਈਡ ਨੂੰ ਨਿਕਲੀ ਹੁੰਦੀ ਹੈ, ਉਹ ਟਾਹਣੀ ਨੂੰ ਜ਼ਮੀਨ ਦੇ ਅੰਦਰ ਨੱਪ ਦਿੱਤਾ ਜਾਂਦਾ ਹੈ। ਠੀਕ ਹੈ, ਇੱਕ ਟਹਿਣੀ ਨੂੰ ਜ਼ਮੀਨ ਦੇ ਅੰਦਰ ਨੱਪ ਦਿੱਤਾ ਜਾਂਦਾ, ਜੇਕਰ ਉਹ ਟਹਿਣੀ ਲੰਬੀ ਹੈ ਤਾਂ ਉਹਨੂੰ ਥੋੜ੍ਹਾ ਜਿਹਾ ਜ਼ਮੀਨ ਦੇ ਥੱਲੇ ਨੱਪ ਕੇ ਦੂਜੀ ਸਾਈਡ ਤੋਂ ਫਿਰ ਬਾਹਰ ਕੱਢ ਦਿੰਦੇ ਹੈ। ਅਤੇ ਇਹ ਵਾਲਾ ਹਿੱਸਾ ਜਿਹੜਾ ਜ਼ਮੀਨ ਦੇ ਅੰਦਰ ਨੱਪਿਆ ਜਾਂਦਾ, ਇਹਦੇ ਤੋਂ ਆਪੇ ਹੀ ਜੜ੍ਹਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਇੱਥੋਂ ਇੱਕ ਨਵਾਂ ਪੌਦਾ ਬਣ ਜਾਂਦਾ ਹੈ ਜੜ੍ਹਾਂ ਦੇ ਨਾਲ। ਇੱਕ ਪੌਦਾ ਇਹ ਹੋ ਗਿਆ, ਅਤੇ ਇੱਕ ਇੱਥੇ ਜਿਹੜਾ ਦੂਸਰੇ ਪਾਸੇ ਨੂੰ ਟਹਿਣੀ ਨਿਕਲ ਰਹੀ ਸੀ, ਉੱਥੋਂ ਇੱਕ ਨਵਾਂ ਪੌਦਾ ਬਣ ਗਿਆ। ਇਸ ਤਰੀਕੇ ਦੇ ਨਾਲ ਅਸੀਂ ਨਵੇਂ ਪੌਦੇ ਕਾਇਆ ਪ੍ਰਜਨਨ ਦੀ ਮਦਦ ਨਾਲ ਬਣਾ ਸਕਦੇ ਹਾਂ। ਹੁਣ ਦੇਖੋ ਇਹ ਇੱਕ ਬਹੁਤ ਇੰਟਰਸਟਿੰਗ ਵਿਧੀ ਹੈ, ਇਹਨੂੰ ਅਸੀਂ ਗ੍ਰਾਫਟਿੰਗ ਕਹਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ ਆ
कि 2 टहनियां लईਆਂ ਜਾਂਦੀਆਂ ਨੇ। देखो तुहाडे सामने है कि ਇਹ वाली टहनी है ਜਿਹੜੀ ਜ਼ਮੀਨ ਦੇ ਵਿੱਚ ਲੱਗੀ ਹੋਈ ਹੈ ਕਿਸੇ ਪੌਦੇ ਦੀ, ठीक है। ਤੇ ਇਹ वाली ਜਿਹੜੀ टहनी है ਕਿਸੇ ਹੋਰ ਪੌਦੇ ਦੀ ਕੱਟ ਕੇ सेम शेप ਦੇ ਵਿੱਚ, ਜਿਹੜੀ शेप ਦੇ ਵਿੱਚ ਅਸੀਂ ਇਹ वाला पौधा ਕੱਟਿਆ ਹੈ, सेम शेप ਦੇ ਵਿੱਚ ਕਿਸੇ ਹੋਰ ਪੌਦੇ ਦੀ टहनी ਅਸੀਂ ਕੱਟ ਕੇ ਇਹਨਾਂ ਦੋਨਾਂ ਨੂੰ ਫਿਕਸ ਕਰ ਦਿੰਦੇ ਹਾਂ, ठीक है। ਫਿਕਸ ਕਰਕੇ ਇਹਨਾਂ ਨੂੰ ਕਿਸੇ ਧਾਗੇ ਨਾਲ ਜਾਂ ਕਿਸੇ ਕੱਪੜੇ ਦੇ ਨਾਲ ਟਾਈਟਲੀ ਅਸੀਂ ਬੰਨ੍ਹ ਦਿੰਦੇ ਹਾਂ ਅਤੇ ਬੰਨ੍ਹਣ ਦੇ ਨਾਲ ਬਾਅਦ 'ਚ ਕੀ ਹੁੰਦਾ ਆ, ਇੱਕ ਨਵਾਂ ਪੌਦਾ ਬਣ ਜਾਂਦਾ ਹੈ ਜਦੋਂ ਇਹ ਆਪਸ ਵਿੱਚ ਜੁੜ ਜਾਂਦੇ ਨੇ। ਅਤੇ ਇਹ ਜਿਹੜਾ ਨਵਾਂ ਪੌਦਾ ਬਣਦਾ ਆ ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ, ਹੁਣ ਦੇਖੋ ਜਿਹੜਾ ਇਹ ਵਾਲਾ ਨਿਊ ਪਲਾਂਟ ਬਣਿਆ ਹੈ ਇਹਦੇ ਵਿੱਚ ਇਹ ਵਾਲੇ ਪੌਦੇ ਦੇ ਗੁਣ ਵੀ ਹੋਣਗੇ ਅਤੇ ਇਹ ਵਾਲੇ ਪੌਦੇ ਦੇ ਗੁਣ ਵੀ ਹੋਣਗੇ, ਠੀਕ ਹੈ। ਅਸੀਂ ਦੇਖਦੇ ਹਾਂ ਹੁਣ ਅੱਜ ਕੱਲ੍ਹ ਕਿ ਕਈ ਵਾਰ ਹੁੰਦਾ ਹੈ ਇੱਕ ਹੀ ਪੌਦਾ ਹੁੰਦਾ ਹੈ, ਸਪੋਜ਼ ਕਰੋ ਗੁਲਾਬ ਦਾ ਇੱਕ ਹੀ ਪਲਾਂਟ ਹੈ, ਇੱਕ ਹੀ ਗੁਲਾਬ ਦੇ ਪੌਦੇ 'ਤੇ ਅਲੱਗ-ਅਲੱਗ ਰੰਗਾਂ ਦੇ ਗੁਲਾਬ ਲੱਗ ਰਹੇ ਹੁੰਦੇ ਆ। ਇੱਕ ਹੀ ਪੌਦਾ ਉੱਤੇ ਕੋਈ ਲਾਲ ਗੁਲਾਬ ਲੱਗਾ ਹੁੰਦਾ, ਕੋਈ ਪਿੰਕ ਲੱਗਾ ਹੁੰਦਾ, ਕੋਈ ਵਾਈਟ ਲੱਗਾ ਹੁੰਦਾ, ਕੋਈ ਪਰਪਲ ਲੱਗਾ ਹੁੰਦਾ ਹੈ, ਠੀਕ ਹੈ। ਉਹ ਕਿਉਂ ਲੱਗਾ ਹੁੰਦਾ? ਇਸੇ ਵਿਧੀ ਦੇ ਨਾਲ ਇੱਕ ਪਲਾਂਟ ਜਿਹੜਾ ਹੈ ਉਹ ਲਿਆ ਜਾਂਦਾ ਹੈ, ਉਹਦੀਆਂ ਅਲੱਗ-ਅਲੱਗ ਟਾਹਣੀਆਂ 'ਤੇ ਅਲੱਗ-ਅਲੱਗ ਰੰਗਾਂ ਦੇ ਗੁਲਾਬਾਂ ਦੇ ਜੋ ਹਿੱਸੇ ਹੈ ਉਹ ਅਟੈਚ ਕਰ ਦਿੱਤੇ ਜਾਂਦੇ ਨੇ ਇਸ ਤਰੀਕੇ ਨਾਲ, ਠੀਕ ਹੈ। ਸੋ ਇੱਕ ਹੀ ਪੌਦੇ ਨਾਲ ਅਲੱਗ-ਅਲੱਗ ਪੌਦਿਆਂ ਦੀਆਂ ਟਹਿਣੀਆਂ ਜਦੋਂ ਅਟੈਚ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਇਹਦੇ ਨਾਲ ਬਾਅਦ 'ਚ ਜੋ ਨਵੇਂ ਪੌਦੇ ਨੂੰ ਫੁੱਲ ਲੱਗਦੇ ਨੇ ਉਹ ਫੁੱਲ ਰੰਗ ਬਿਰੰਗੇ ਹੁੰਦੇ ਨੇ, ਠੀਕ ਹੈ। ਸੋ ਬੱਚੇ ਇਹ ਸੀਗੀ ਸਾਰੀ ਪ੍ਰੋਸੈਸ ਕਾਇਆ ਪ੍ਰਜਨਨ ਦੀ, ਕਿ ਪੌਦਿਆਂ ਦੇ ਵਿੱਚ ਜੋ ਅਲਿੰਗੀ ਪ੍ਰਜਨਨ ਹੁੰਦਾ ਆ ਉਹਦੀ ਇੱਕ ਵਿਧੀ ਹੈ ਕਾਇਆ ਪ੍ਰਜਨਨ, ਜਿਹਦੇ ਨਾਲ ਪੌਦੇ ਨਵੇਂ ਪੌਦੇ ਬਣਾਉਂਦੇ ਨੇ ਆਪਣੇ ਵਰਗੇ, ਠੀਕ ਹੈ। ਸੋ ਕਾਇਆ ਪ੍ਰਜਨਨ ਦੀ ਪੂਰੀ ਵਿਧੀ ਬਾਰੇ ਅੱਜ ਅਸੀਂ ਪੜ੍ਹ ਚੁੱਕੇ ਹਾਂ। ਕੱਲ੍ਹ ਅਸੀਂ ਆਪਣੀਆਂ ਨੈਕਸਟ ਵਿਧੀਆਂ ਦੇ ਬਾਰੇ ਪੜ੍ਹਾਂਗੇ। ਥੈਂਕ ਯੂ।